ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹਮੇਸ਼ਾ ਇਸ ਤਰ੍ਹਾਂ ਅਸੀਂ ਅੱਜ ਦਾ ਵਿਚਾਰ ਇਸ ਸੈਗਮੈਂਟ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਬਟ ਮੈਸੇਜ ਰਹਿ ਗਏ ਨੇ, ਉਹ ਆਪਾਂ ਹੁਣ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸ ਤਰ੍ਹਾਂ ਹੀ ਜੁੜੇ ਰਹਿਣਾ। ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਪਹਿਲੇ ਸੈਗਮੈਂਟ ਤੇ ਮੇਰੇ ਕੋਲ ਮੈਸੇਜ ਨੇ ਸਾਰਾ ਹਾਮੀ ਜੀ ਦਾ, ਉਹ ਲਿਖਦੇ ਨੇ ਡਾਕਟਰ ਸਾਹਿਬ ਯੂ ਆਰ ਟਰੂ ਹਿਊਮਨ ਬੀਇੰਗ। ਫਿਰ ਉਹਨਾਂ ਦਾ ਮੈਸੇਜ ਹੈ, ਕਹਿੰਦੇ ਕਿ ਡਾਕਟਰ ਸਾਹਿਬ ਐਂਡ ਸਿਸਟਰ ਯੂ ਆਰ ਡੂਇੰਗ ਗ੍ਰੇਟ ਜੌਬ, ਵੈਲ ਡਨ, ਥੈਂਕ ਯੂ ਸੋ ਮਚ। ਫਿਰ ਉਹਨਾਂ ਦਾ ਮੈਸੇਜ ਹੈ ਕਿ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਸਿਸਟਰ, ਥੈਂਕ ਯੂ ਸੋ ਮਚ। ਐਂਡ ਜਗਤਾਰ ਸਿੰਘ ਮੰਗਤ ਵਾਹਿਗੁਰੂ ਜੀ ਲਿਖਦੇ ਨੇ। ਜ਼ਾਹਿਦ ਤਰਾਰ ਜ਼ਾਹਿਦ ਲਿਖਦੇ ਨੇ ਹੈਲੋ। ਐਂਡ ਸ਼ੋਬੇਦ ਰਾਜਪੂਤ ਹਾਈ ਲਿਖਦੇ ਨੇ। ਲਾਲ ਬਾਬੂ ਜੀ ਸਾਨੂੰ ਆਪਣਾ ਪਿਆਰ ਭੇਜਦੇ ਨੇ। ਔਰ ਨਗਾਰਾ ਪੰਥ ਖਾਲਸਾ ਜੀ ਦੀ ਆਈਡੀ ਤੋਂ ਸਾਨੂੰ ਮੈਸੇਜ ਹੈ, ਲਿਖਦੇ ਨੇ ਡਾਕਟਰ ਸਾਹਿਬ ਜੀ ਤੁਹਾਨੂੰ ਤੇ ਸਾਰੇ ਖਾਲਸਾਨ ਦੇ ਰਾਹ ਦੇ ਪਾਂਧਿਆਂ ਨਾਲ ਜੋ ਵੀ ਖਾਲਸਾਨ ਲਈ ਜਿਸ ਰੂਪ ਵਿੱਚ ਜਿੰਨਾ ਵੀ ਤਿਲ ਫੁੱਲ ਪਾ ਰਿਹਾ ਹੈ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਟੀਵੀ 84 ਵੇਖਣ ਵਾਲੇ ਸਾਰੇ ਵੀਰਾਂ ਤੇ ਭੈਣਾਂ ਨੂੰ ਵੀ ਡਾਕਟਰ ਸਾਹਿਬ ਆਪ ਜੀ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿ ਐਪਲ ਆਪਣੀ ਹਰ ਐਪ ਦੇ ਇੱਕ ਵਾਰ ਉਂਗਲ ਮਾਰਨ ਤੇ ਜਾਂ ਵੇਖਣ ਤੇ $1 ਦਿੰਦਾ ਹੈ। ਸਾਰੇ ਵੀਰ ਹਰ ਰੋਜ਼ ਟੀਵੀ 84 ਦੀ ਐਪ ਤੇ ਘੱਟੋ ਘੱਟ 10 ਵਾਰ ਤਾਂ ਜੇ ਉਂਗਲ ਮਾਰਨ। ਇਸ ਤਰ੍ਹਾਂ ਹੀ ਐਂਡਰਾਇਡ ਤੇ ਉਹ ਵੀ ਕੁਝ ਨਾ ਕੁਝ ਦਿੰਦੇ ਨੇ। ਭੈਣ ਨੀਲਮ ਕੌਰ ਸਾਰਿਆਂ ਨੂੰ ਬੇਨਤੀ ਹਰ ਰੋਜ਼ ਕਰਨ ਤੇ ਸੁਣਨ ਵਾਲੇ ਅੱਗੇ ਬੇਨਤੀ ਕਰਨ, ਇਸ ਤੇ ਕੁਝ ਨਹੀਂ ਲੱਗਦਾ। ਉਂਝ ਵੀ ਅਸੀਂ ਸਾਰੇ ਸਾਰਾ ਦਿਨ ਫੋਨਾਂ ਤੇ ਉਂਗਲਾਂ ਮਾਰਦੇ ਹਾਂ। ਨਹੀਂ, ਇਹਨਾਂ ਦੀ ਬਿਲਕੁਲ ਠੀਕ ਸੁਜੈਸ਼ਨ ਹੈ। ਮੇਰਾ ਖਿਆਲ ਹੈ ਵੀ ਇਸ ਨੂੰ ਤੁਸੀਂ ਵੀ ਦੁਹਰਾ ਦਿਆ ਕਰੋ। ਬਿਲਕੁਲ। ਤੇ ਡਾਕਟਰ ਸਾਹਿਬ ਮੈਂ ਹੁਣ ਚਾਹਾਂਗੀ ਤੁਸੀਂ ਮੇਰੇ ਨਾਲ ਸ਼ੇਅਰ ਕਰ ਦਿਓ। ਹਾਂਜੀ, ਇਹ YouTube ਦੇ ਉੱਤੇ ਦੇਸੀ ਵੌਇਸ ਮੀਆਂ ਵਾਲੀ ਤੋਂ ਨੇ, ਉਹਨਾਂ ਨੇ ਹਾਈ ਕਿਹਾ ਜੀ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੀ ਜਿਹੜੀ ਆਈਡੀ ਤੋਂ 2020 ਰੈਫਰੈਂਡਮ ਖਾਲਿਸਤਾਨ ਜ਼ਿੰਦਾਬਾਦ। ਸੁਰਿੰਦਰ ਸਿੰਘ ਜੀ ਲਿਖਦੇ ਨੇ ਵਾਹਿਗੁਰੂ ਜੀ ਮਿਹਰ ਕਰਨ ਜੀ। ਅਲੀ ਰਾਣਾ ਮੁਦੱਸਰ ਡਾਕਟਰ ਸਾਹਿਬ ਲਵ ਯੂ। ਰਿਸ਼ੂ ਖੰਨਾ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ ਸਤਿ ਸ੍ਰੀ ਅਕਾਲ। I hope you both are doing fine and God bless you both. Keep up your good work. So nice. ਖੰਨਾ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਲਵਲੀ ਪੰਜਾਬ ਦੀ ਆਈਟੀ ਤੋਂ ਟੀਵੀ 84 ਐਂਡ ਆਲ ਮੈਂਬਰਸ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਬਹੁਤ ਸ਼ੁਕਰੀਆ। ਬਲਵਿੰਦਰ ਸਿੰਘ ਕਹਿੰਦੇ ਨੇ ਖਾਲਸਾ ਜੀ ਸਾਡੀ ਵਿਸ਼ਾਖਾਪਟਨਮ 'ਚ ਟਰਾਂਸਪੋਰਟ ਹੈ, ਉਹ ਲੋਕ ਸਾਊਥ ਦੇ ਇਹਨਾਂ ਗੰਦਸਤਾਨੀਆਂ ਨੂੰ ਬਹੁਤ ਨਫ਼ਰਤ ਕਰਦੇ ਨੇ। ਵਿਸ਼ਾਖਾਪਟਨਮ ਸਾਊਥ ਦੇ ਵਿੱਚ ਹੈ। ਬਹੁਤ ਸ਼ੁਕਰੀਆ ਬਲਵਿੰਦਰ ਸਿੰਘ ਜੀ ਜਾਣਕਾਰੀ ਲਈ। ਔਰ ਹਫੀਜ਼ ਕਬੀਰ ਕਹਿੰਦੇ ਨੇ ਆਈ ਲਵ ਯੂ ਡਾਕਟਰ ਸਾਹਿਬ, ਸ਼ੁਕਰੀਆ ਕਬੀਰ ਸਾਹਿਬ। ਸਦਾਮ ਹੁਸੈਨ ਹੈਰੋ ਡਾਕਟਰ ਸਾਹਿਬ ਐਂਡ ਨੀਲਮ ਕੌਰ ਆਈ ਐਮ ਫਰੋਮ ਪਾਕਿਸਤਾਨ ਬਟ ਆਈ ਐਮ ਪੰਜਾਬੀ, ਆਈ ਐਮ ਫਰੋਮ ਵਜ਼ੀਰਾਬਾਦ, ਆਈ ਐਮ ਸੋ ਸੌਰੀ ਫॉर ਯੂ। ਸੌਰੀ ਮੇਰਾ ਖਿਆਲ ਹੈ ਨਨਕਾਣਾ ਸਾਹਿਬ ਦੀ ਘਟਨਾ ਕਰਕੇ ਕਹਿਣਾ ਚਾਹੁੰਦੇ ਨੇ। ਮਨਿੰਦਰ ਸਿੰਘ ਬੁੱਟਰ ਕਹਿੰਦੇ ਨੇ ਵਾਹਿਗੁਰੂ ਸਾਹਿਬ ਜੀ ਸਿੰਘ ਜੀ, ਐਕਸੀਡੈਂਟ ਤੋਂ ਪਹਿਲਾਂ ਮੈਂ ਇੰਜੀਨੀਅਰਿੰਗ ਦੀ ਪੜ੍ਹਾਈ ਕਰਦਾ ਸੀ, ਟਾਟਾ ਮੋਟਰਸ ਗੈਰੀਸਨ ਵਿੱਚ ਕੰਮ ਕਰਦਾ ਸੀ। ਉਸ ਵੇਲੇ ਇੰਨੀ ਮੱਤ ਨਹੀਂ ਸੀ। ਇਸ ਵਿਸਾਖੀ ਤੇ ਦਮਦਮਾ ਸਾਹਿਬ ਮੈਂ ਖਾਲਸਾ ਬਣਨਾ ਹੈ ਜੀ। ਬਹੁਤ ਬਹੁਤ ਸ਼ੁਕਰੀਆ ਮਨਿੰਦਰ ਸਿੰਘ ਜੀ, ਵਾਹਿਗੁਰੂ ਰਹਿਮਤ ਕਰਨ। ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਅੰਮ੍ਰਿਤ ਦੀ ਦਾਤ ਲੈਣ ਜਾ ਰਹੇ ਹੋ, ਰੱਬ ਤੁਹਾਨੂੰ ਚੜ੍ਹਦੀ ਕਲਾ ਦੇਣ। ਸਿਕੰਦਰ ਸਿੰਘ ਕੁਲਾਰ, ਅਰਸ਼ਦ ਰਾਜਾ, ਫਿਰ ਮਨਿੰਦਰ ਸਿੰਘ ਬੁੱਟਰ, ਫਿਰ ਬਲਵਿੰਦਰ ਸਿੰਘ, सिकंदर सिंह लवली पंजाब कहते हैं कि मैं आपका प्रोग्राम रोज़ सुनता हूँ। इंडिया में जो सिख रहते हैं उन पे बहुत अफसोस है। इमरान खान ने करतारपुर का फ़ैसला सिर्फ सरदार अब्रॉड वाले सिखों की वजह से किया है। लवली पंजाब जी देखो, पंजाब तो लवली है पर इस लवली पंजाब दे विच भी जिहड़े लोग गुलामी दे विच और खौफ दे विच ने वो अपने दिल नूं खोलते नहीं ने। जदों 1 to 1 बैठते ने उदों उन्हां दा रवैया होर हुंदा है, पर मीडिया जां दूजियां दे लई अपने आकावां नूं भी खुश रखते हैं। पर ये करतारपुर कॉरीडोर ने बहुत कुछ बदलिया है, आने वाले पीरीयड च होर भी बदलेगा। सो मनिंदर सिंह बुट्टर फिर कहंदे ने सिंह जी ढिलों पत्ती गुरु घर विच मैनूं बहुत सारे कमड़ा ही समझते हैं। बुट्टर कला जिला मोगा पंजाब। ये तो बुट्टर साहब ये तो चंगा खिताब हुंदा जो कोई कमला कहे। बाबा नानक तो वड्डे साडे लई रूहानीयत दे होर कौन सूरज ने। तो उन्हां दी बाणी च असीं उन्हां नूं लोग की कहंदे ने, को कहे भूतना, को कहे बेताला, कोई आखे आदमी नानक बेचारा।
ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ ਜੀ ਇਹ ਬੌਰਾਨਗੀ, ਇਹ ਦੀਵਾਨਗੀ, ਇਹ ਕਮਲਾਪਨ, ਇਹ ਇਸ ਰਸਤੇ ਦੇ ਪਾਂਧੀਆਂ ਨੂੰ ਹੁੰਦਾ ਹੀ ਹੈ। ਸੋ ਤੁਸੀਂ ਇਹਨੂੰ ਜਿਹੜਾ ਹੈ ਉਹ ਤੋਹਫਾ ਸਮਝੋ। ਔਰ ਇਸੇ ਤਰ੍ਹਾਂ ਤਾਹਿਰ ਡੋਗਰ, ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਸਦਾਮ ਹੁਸੈਨ ਫਿਰ ਲਿਖਦੇ ਨੇ ਔਰ ਉਹਨਾਂ ਨੇ ਉਵੇਂ ਹੀ ਪਹਿਲੇ ਵਾਂਗ ਸੌਰੀ ਕਿਹਾ। ਗੋਪੀ ਆਨੰਦਪੁਰੀਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਲੋਰੀਡਾ ਖਾਨ, ਉਹ ਕਹਿੰਦੇ ਨੇ ਬਫਰ ਸਟੇਟ ਬਿਟਵੀਨ ਪਾਕਿਸਤਾਨ ਐਂਡ ਇੰਡੀਆ ਔਨ ਪੰਜਾਬ ਬਾਰਡਰ ਵਿਲ ਅਵੋਇਡ ਨਿਊਕਲੀਅਰ ਕਨਫਲਿਕਟ ਬਿਟਵੀਨ ਪਾਕਿਸਤਾਨ ਐਂਡ ਇੰਡੀਆ, ਉਹ ਕਹਿਣਾ ਚਾਹੁੰਦੇ ਨੇ। ਜ਼ਾਹਰ ਹੈ ਅਸੀਂ ਤਾਂ ਜਦੋਂ ਖਾਲਿਸਤਾਨ ਦੇ ਕਾਨਸੈਪਟ ਨੂੰ ਇੱਥੋਂ ਵਾਲਿਆਂ ਤੱਕ ਕਨਵੇ ਵੀ ਕਰਦੇ ਹਾਂ ਔਰ ਮੇਰਾ ਇਹ ਮੰਨਣਾ ਹੈ ਕਿ ਅਲਟੀਮੇਟਲੀ ਜਿਹੜੀ 1000 ਸਾਲ ਦੀ ਹੌਸਟਿਲਿਟੀ ਹੈ ਦੋਨੋਂ ਨੇਸ਼ਨਸ ਸਿਵਲਾਈਜੇਸ਼ਨਸ ਦੇ ਵਿੱਚ, ਭਾਵੇਂ ਪਾਕਿਸਤਾਨ ਜਿਹੜਾ ਹੈ ਉਹ 72 ਸਾਲ ਪਹਿਲਾਂ ਬਣਿਆ, ਲੇਕਿਨ ਮੈਜੋਰਿਟੀ ਹਿੰਦੂਆਂ ਨੇ ਤਾਂ ਕਦੇ ਵੀ ਮੁਸਲਮਾਨਾਂ ਨੂੰ ਜਿਹੜਾ ਉਸ ਸੁਸਾਇਟੀ ਦਾ ਹਿੱਸਾ ਨਹੀਂ ਮੰਨਿਆ। ਔਰ ਇਹੀ ਕਾਰਨ ਸੀ ਕਿ ਸੈਪਰੇਟ ਨੇਸ਼ਨ ਵਿਦਨ ਨੇਸ਼ਨ ਵੀ ਜਿਹੜਾ ਹੈ, ਭਾਵੇਂ ਉਹ ਰੂਲਰ ਰਹੇ ਮੁਗਲਿਆ ਪੀਰੀਅਡ 'ਚ, ਉਸ ਤੋਂ ਬਾਅਦ ਅੰਗਰੇਜ਼ਾਂ ਦੇ ਵੇਲੇ ਆ ਗਏ ਥੱਲੇ, ਲੇਕਿਨ ਹਿੰਦੂਆਂ ਨੇ ਤਾਂ ਮਲੇ ਚਲਾਨਿਆ ਹੋਇਆ ਸੀ ਉਹਨਾਂ ਦੇ ਨਾਲ। ਸੋ ਜ਼ਾਹਰ ਹੈ ਕਿ ਵੀ ਖਾਲਿਸਤਾਨ ਜਿਹੜਾ ਇੱਕ ਬਫਰ ਸਟੇਟ ਦੇ ਤੌਰ ਤੇ ਦੋਨਾਂ ਦੇ ਵਿਚਾਲੇ ਉਸ ਖਿੱਤੇ ਦੀ ਪੀਸ, ਪ੍ਰੋਸਪੈਰਿਟੀ ਔਰ ਸਟੇਬਿਲਿਟੀ ਇਸ ਦਾ ਜਾਮਨ ਹੋਏਗਾ। ਔਰ ਇਸ ਤਰ੍ਹਾਂ ਸਦਾਮ ਹੁਸੈਨ ਹੋਰਾਂ ਨੇ ਫਿਰ ਲਿਖਿਆ ਕਿ ਆਈ ਐਮ ਫਰੋਮ ਪਾਕਿਸਤਾਨ ਬਟ ਆਈ ਹੈਵ ਏ ਜੌਬ ਇਨ ਜਰਮਨੀ, ਬਰਲਿਨ, ਔਰ ਆਈ ਐਮ ਗੋਇੰਗ ਟੂ ਪਾਕਿਸਤਾਨ। ਬਹੁਤ ਬਹੁਤ ਸ਼ੁਕਰੀਆ ਸਦਾਮ ਹੁਸੈਨ ਜੀ, ਔਰ ਤੁਹਾਨੂੰ ਬੈਸਟ ਵਿਸ਼ੇਜ਼। ਆਪਣੇ ਮੁਲਕ ਤੁਸੀਂ ਮੁੜ ਰਹੇ ਹੋ, ਖੈਰੀ ਸੁਖੀ ਵਾਪਸ ਆਓ। ਔਰ ਮਨਿੰਦਰ ਸਿੰਘ ਬੁੱਟਰ ਕਹਿੰਦੇ ਸਿੰਘ ਜੀ 2020 ਵਿੱਚ ਕੌਮ ਨੂੰ 5 ਕਰੋੜ ਤੋਂ ਉੱਪਰ ਲੋਕ ਹੱਕ ਵਿੱਚ ਭੁਗਤਣਗੇ। ਵਾਹਿਗੁਰੂ ਕੌਮ ਦੇ ਨਾਲ ਅੱਜ ਬਰਾਬਰ ਹਨ, ਪਰ ਕੌਮ ਵੀ ਕੁਛ ਕਰੇ। ਔਰ ਬਹੁਤ ਬਹੁਤ ਸ਼ੁਕਰੀਆ ਮਨਿੰਦਰ ਸਿੰਘ ਬੁੱਟਰ ਜੀ। ਬਸ ਤੁਸੀਂ ਹੁਣ ਗੁਰੂ ਦੀ ਗੋਦ 'ਚ ਜਾ ਰਹੇ ਹੋ ਤੇ ਲੋਕ ਕੀ ਕਹਿੰਦੇ ਨੇ ਇਹਦਾ ਫਿਕਰ ਨਾ ਕਰਿਆ ਕਰੋ। ਔਰ ਮੇਰਾ ਖਿਆਲ ਹੈ ਕਿ ਵੀ ਤੁਸੀਂ ਤੁਹਾਡੇ ਕੋਲ ਵੀ ਹਾਂਜੀ ਇੱਕ ਈਮੇਲ ਮੇਰੇ ਕੋਲ ਹੈਗੀ, ਮੈਂ ਪੜ੍ਹਦਾ ਨਹੀਂ। ਓਕੇ ਜੀ, ਸਾਡੇ ਕੋਲ ਨੀਤਨਜੀਤ ਸਿੰਘ ਬੁੱਲੋਵਾਲ ਦੀ ਉਹਨਾਂ ਤੋਂ ਲਿਖਿਆ ਸਾਨੂੰ। ਉਹਨਾਂ ਲਿਖਿਆ ਕਿ ਮੈਂ ਦਾਅਵਾ ਕਰਦਾ ਹਾਂ ਕਿ ਇੱਕ ਦਿਨ ਖਾਲਿਸਤਾਨ ਜ਼ਰੂਰ ਬਣੂਗਾ, ਕਿਉਂਕਿ ਹਿੰਦੁਸਤਾਨ ਆਪਣੀ ਹਾਰ ਪਹਿਲਾਂ ਹੀ ਮੰਨ ਚੁੱਕਾ ਹੈ। ਆਓ ਦੇਖੀਏ ਉਹ ਕਿੱਦਾਂ। ਪਹਿਲਾਂ ਆਜ਼ਾਦ ਹੁੰਦਿਆਂ ਸਾਰ ਹੀ ਹਿੰਦੁਸਤਾਨ ਨੇ ਪੰਜਾਬੀਆਂ ਨੂੰ ਆਪਣੇ ਮੁਲਕ ਦੇ ਸ਼ਹਿਰੀ ਨਾਮ ਮੰਨਦੇ ਹੋਏ ਦੂਜੇ ਨੰਬਰ ਦੇ ਸ਼ਹਿਰੀ ਮੰਨਿਆ। ਉਹਨਾਂ ਨੇ ਪੁਆਇੰਟ ਵਾਈਜ਼ ਉਹਨਾਂ ਨੇ ਸਾਨੂੰ ਕਿਹਾ, ਇਹ ਉਹਨਾਂ ਦਾ ਪਹਿਲਾ ਹੈਗਾ ਪੁਆਇੰਟ। ਫਿਰ ਦੂਸਰਾ ਉਹਨਾਂ ਦਾ ਇਹ ਹੈਗਾ ਕਿ ਇਹ ਮੰਨ ਕੇ ਆਉਣ ਵਾਲੇ ਸਮੇਂ ਵਿੱਚ ਅਲੱਗ ਦੇਸ਼ ਬਣਾਉਣਗੇ, ਪੰਜਾਬ ਦੇ ਟੁਕੜੇ ਕਰ ਦਿੱਤੇ ਤਾਂ ਜੋ ਪੰਜਾਬ ਦੇ ਖੇਤਰਫਲ ਨੂੰ ਘੱਟ ਕੀਤਾ ਜਾ ਸਕੇ। ਫਿਰ ਉਹਨਾਂ ਦਾ ਤੀਸਰਾ ਹੈਗਾ ਕਿ 1947 ਤੋਂ ਬਾਅਦ ਪੰਜਾਬ ਦੇ ਵਿਕਾਸ ਦੇ ਲਈ ਕੋਈ ਵੀ ਸਰਕਾਰੀ ਫੈਕਟਰੀ ਨਹੀਂ ਲਗਾਈ ਗਈ, ਨਾ ਹੀ ਪੰਜਾਬ ਦੇ ਵਿਕਾਸ ਲਈ ਕੋਈ ਉਪਰਾਲਾ ਸੈਂਟਰ ਵੱਲੋਂ ਹੋਇਆ, ਕਿਉਂਕਿ ਉਹ ਪੰਜਾਬ ਨੂੰ ਆਪਣਾ ਨਹੀਂ ਸਮਝਦੇ। ਫਿਰ ਉਹਨਾਂ ਦਾ ਪੁਆਇੰਟ ਹੈਗਾ ਕਿ 1984 ਵਿੱਚ ਕਿਸ ਤਰ੍ਹਾਂ ਟੈਂਕਾਂ ਤੋਪਾਂ ਨਾਲ ਪੰਜਾਬ ਤੇ ਚੜ੍ਹ ਕੇ ਆਏ ਤੇ ਸਾਡਾ ਤਖਤ ਜੋ ਸਾਡੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ ਢਾਇਆ। ਇਹ ਸਿਰਫ ਇੱਕ ਦੇਸ਼ ਦੂਜੇ ਦੇਸ਼ ਦੇ ਨਾਲ ਹੀ ਕਰ ਸਕਦਾ ਹੈ। ਫਿਰ ਉਹਨਾਂ ਦਾ ਪੁਆਇੰਟ ਹੈਗਾ ਕਿ ਇਹਨਾਂ ਨੂੰ ਪਤਾ ਹੈ ਕਿ ਪੰਜਾਬ ਇੱਕ ਦਿਨ ਆਜ਼ਾਦ ਜ਼ਰੂਰ ਹੋਵੇਗਾ, ਇਸ ਲਈ ਇਹ ਪੰਜਾਬ ਦੇ ਪਾਣੀਆਂ ਦੀ ਲੁੱਟ ਬਹੁਤ ਹੀ ਤੇਜ਼ੀ ਨਾਲ ਕਰ ਰਹੇ ਨੇ। ਇਹ ਲੜਾਈ ਲੰਬੇ ਸਮੇਂ ਲਈ ਇਸ ਲਈ ਪੰਜਾਬ ਦੇ ਨੌਜਵਾਨੀ ਨੂੰ ਰੋਜ਼ਗਾਰ ਤੋਂ ਵਾਂਝਿਆ ਕੀਤਾ, ਅਧਰਮੀ ਬਣਾਇਆ, ਨਸ਼ਿਆਂ ਤੇ ਲਾਇਆ, ਤਾਂ ਜੋ ਪੰਜਾਬ ਵਿੱਚੋਂ ਭੱਜਣਾ ਤੇ ਮਜਬੂਰ ਕੀਤਾ। ਇਹ ਸਭ ਕੋਈ ਆਪਣਿਆਂ ਨਾਲ ਨਹੀਂ ਕਰਦਾ। ਇਹ ਮੰਨਦੇ ਹਨ ਕਿ ਪੰਜਾਬ ਇੱਕ ਦਿਨ ਆਜ਼ਾਦ ਜ਼ਰੂਰ ਹੋਵੇਗਾ, ਇਸ ਲਈ ਜਿਹੜੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨਾਲੋਂ ਤੋੜਨਗੇ, ਹੁਣ ਉੱਥੇ ਪੰਜਾਬੀ ਦੀ ਥਾਂ ਦੂਜੀਆਂ ਭਾਸ਼ਾਵਾਂ ਲਿਆਂਦੀਆਂ ਜਾ ਰਹੀਆਂ ਹਨ। ਇਸ ਲਈ ਜੇ ਦੁਸ਼ਮਣ ਪਹਿਲਾਂ ਹੀ ਆਪਣੀ ਹਾਰ ਮੰਨ ਚੁੱਕਾ ਹੈ ਤਾਂ ਪੰਜਾਬੀਆਂ ਨੂੰ ਆਪਣਾ ਦੇਸ਼ ਬਣਾਉਣ ਵਿੱਚ ਦਿੱਕਤ ਨਹੀਂ ਹੋਣੀ ਚਾਹੀਦੀ, ਸਿਰਫ ਇਕੱਠੇ ਹੋਣ ਦੀ ਲੋੜ ਹੈ ਜੀ। ਦੇਖੋ ਹੁਣ ਅਸੀਂ ਰੂਹਾਨੀਅਤ ਦੀਆਂ ਸੌਣ ਡਲੀਆਂ ਔਰ ਜ਼ਾਹਰ ਹੈ ਇਹ ਪੋਹ ਦਾ ਮਹੀਨਾ ਜਿਹਦੇ 'ਚ ਅੱਜ 27 ਪੋਹ ਦਾ ਦਿਨ ਹੈ। ਅਸੀਂ 10ਵੇਂ ਪਾਤਸ਼ਾਹ ਦੀ ਬਾਣੀ ਤੇ ਵਿਚਾਰ ਕਰਦੇ ਹਾਂ ਔਰ 10 ਸਵਈਏ ਜਿਨ੍ਹਾਂ ਨੂੰ ਤਵ ਪ੍ਰਸਾਦ ਸਵਈਏ ਕਰਕੇ ਅਸੀਂ ਆਪਣੇ ਨਿਤਨੇਮ ਦੇ ਵਿੱਚ ਜਿਹੜੀਆਂ ਅੰਮ੍ਰਿਤ ਵੇਲੇ ਜੋ ਪੜ੍ਹਿਆ ਜਾਂਦਾ ਉਸ ਦਾ ਹਿੱਸਾ ਹੈ। ਜਪਜੀ ਸਾਹਿਬ ਹੈ, ਜਾਪ ਸਾਹਿਬ ਹੈ ਔਰ ਸਵਈਏ ਨੇ। ਅੱਜ 2 ਸਵਈਏ ਅਸੀਂ ਵਿਚਾਰ ਲਈ ਚੁਣੇ ਨੇ
ਔਰ ਦੋਨੋਂ ਹੀ ਜਦੋਂ ਅਸੀਂ ਇਹਨਾਂ 10 ਸਵਈਆਂ ਨੂੰ ਹੀ ਦੇਖਦੇ ਹਾਂ ਤੇ ਇਸ 'ਚ ਔਰ ਤੁਸੀਂ ਜਦੋਂ 10ਵੇਂ ਪਾਤਸ਼ਾਹ ਦਾ ਜੰਗਜੂ ਰੂਪ, ਤੀਰ ਕਮਾਨ, ਨੀਲੇ ਦੇ ਸ਼ਾਹ ਸਵਾਰ, ਬਾਜ, ਜੰਗ ਦੇ ਵਿੱਚ ਜੂਝਦੇ ਆ, ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾਉਂਦੇ ਆ, ਜੈਕਾਰੇ ਛੱਡਦੇ ਆ ਦੇਖਦੇ ਹੋ ਜੀ, ਤੇ ਤੁਹਾਨੂੰ ਇੱਕ ਉਹ ਜਿਹੜਾ ਮੀਰੀ ਦਾ ਸਿਰ ਹੈ, ਇੱਕ ਤਾਂ ਬਾਦਸ਼ਾਹ ਨੇ, ਉਹਨਾਂ ਦੀ ਰੂਹਾਨੀ ਮੀਰੀ ਵੀ ਔਰ ਵਰਲਡਲੀ ਵੀ ਨਜ਼ਰ ਆਉਂਦੀ ਹੈ। ਜਦੋਂ ਤੁਸੀਂ ਉਹਨਾਂ ਦੀ ਬਾਣੀ ਔਰ ਉਹਨਾਂ ਦੀ ਜ਼ਫਰਨਾਮਾ ਔਰ ਦੂਸਰਾ ਦੇਖਦੇ ਹੋ ਤਾਂ ਫਿਰ ਲੱਗਦਾ ਹੈ ਵੀ ਜਿਵੇਂ ਸਿਰਫ ਇੱਕ ਜਿਵੇਂ ਸਕਾਲਰਲੀ ਦੁਨੀਆ ਦੇ ਵਿੱਚ ਉਹਨਾਂ ਦਾ ਕੋਈ ਸਾਨੀ ਨਾ ਹੋਏ। ਜਦੋਂ ਤੁਸੀਂ ਉਹਨਾਂ ਨੂੰ ਆਪਣੇ ਸਿੱਖਾਂ ਨੂੰ ਪਿਆਰ ਕਰਦੇ ਆ ਦੇਖਦੇ ਹੋ, ਸਿੱਖਾਂ ਦੇ ਨਾਲ ਕਿਵੇਂ ਜਿਹੜਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਆਪਣਾ ਸਰਬੰਸ ਕੁਰਬਾਨ ਕਰਨਾ, 9 ਸਾਲ ਦੀ ਉਮਰ 'ਚ ਆਪਣੇ ਪਿਤਾ ਨੂੰ ਸ਼ਹਾਦਤ ਲਈ ਤੋਰਨਾ ਕਿ ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਆ ਉਹਨਾਂ ਦੀ ਤੁਸੀਂ ਆਵਾਜ਼ ਬਣੋ। ਪਰ ਇਸ ਸਾਰੇ ਦੇ ਵਿੱਚ ਜਦੋਂ ਦੇਖਦੇ ਆ ਅਗੇਨ ਤੁਸੀਂ ਉਹਨਾਂ ਦਾ ਜਦੋਂ ਸਵਈਏ ਪੜ੍ਹਦੇ ਹੋ ਤਾਂ ਤੁਹਾਨੂੰ ਲੱਗਦਾ ਵੀ ਫਕੀਰੀ ਦੀ ਸਿਖਰ ਹੈ। ਬਿਲਕੁਲ। ਔਰ ਇਹ ਸੱਚਮੁੱਚ ਹੀ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ, ਕਿ ਵਾਕਿਆ ਹੀ ਇਹ ਤਮਾਸ਼ਾ ਹੈ। ਔਰ ਇਹ ਜਿਵੇਂ ਤਮਾਸ਼ੇ ਦੇ ਅੱਡ-ਅੱਡ ਸੀਨ ਸੰਸਾਰ ਦੇ ਹੁੰਦੇ ਨੇ ਔਰ ਤਮਾਸ਼ਾ ਅਲਟੀਮੇਟਲੀ ਉਹ ਵੱਡਾ ਮਦਾਰੀ ਤਾਂ ਰੱਬ ਆਪ ਹੈ ਜਿਹਨੇ ਸਾਰੀ ਕਾਇਨਾਤ ਦਾ ਹੀ ਤਮਾਸ਼ਾ ਬਣਾਇਆ ਹੋਇਆ ਹੈ। ਪਰ ਗੁਰੂ 10ਵੇਂ ਪਾਤਸ਼ਾਹ ਦੀ ਬਾਣੀ ਸਾਨੂੰ ਉਸ ਹਕੀਕਤ ਦੇ ਨਾਲ ਜੋੜਦੀ ਹੈ ਕਿ ਤੁਸੀਂ ਇਹ ਸਾਰੇ ਰੋਲ ਵੀ ਜ਼ਿੰਦਗੀ 'ਚ ਕਰਨੇ ਨੇ, ਲੇਕਿਨ ਅਲਟੀਮੇਟਲੀ ਤੁਹਾਨੂੰ ਇਹ ਗੱਲ ਯਾਦ ਰਹੇ, ਜੀਤ ਫਿਰੈ ਸਭ ਦੇਸ਼ ਦੇਸਾਨ ਕੋ, ਬਾਜਤ ਢੋਲ ਮ੍ਰਿਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੈ ਰਾਜ ਹਜ਼ਾਰੇ, ਭੂਤ ਭਵਿਖ ਭਵਾਨ ਕੇ ਭੂਪਤ, कौन गने नहीं जात बिचारे, इते पे तो कहाँ पे भूपत अंत को, श्रीपद श्री भगवान भजे बिन अंत को अंत के धाम सिधारे। हुण ਜ਼ਾਹਰ है कि एक बादशाह ਨੂੰ, क्योंकि ਜਦੋਂ ਅਸੀਂ ਐਵਰੇਜ ਹਿਊਮਨ ਬੀਇੰਗ 'ਚ ਦੇਖਦੇ ਹਾਂ, ਮਾਵਾਂ ਵੀ ਜਦੋਂ ਆਪਣੇ ਬੱਚੀ ਦਾ ਨਾਂ ਰੱਖ ਕੇ ਕਹਿੰਦੇ ਸੀ ਤੂੰ ਤਾਂ ਰਾਣੀ ਹੈ, ਕਿਉਂਕਿ ਰਾਣੀਆਂ ਦੇ ਕੋਲ ਜਾਂ ਕਹਿਣਾ ਮੇਰਾ ਰਾਜਾ ਪੁੱਤ, ਇਹਦਾ ਮਤਲਬ ਹੈ ਵੀ ਰਾਜੇ ਤੇ ਰਾਣੀਆਂ ਦੇ ਕੋਲ ਉਹ ਸਾਰੀਆਂ ਸਹੂਲਤਾਂ ਹੁੰਦੀਆਂ ਨੇ, ਉਹਨਾਂ ਦੇ ਕੋਲ ਮਹਿਲ ਹੁੰਦੇ ਨੇ, ਉਹਨਾਂ ਨੂੰ ਆਪ ਨਹੀਂ ਕੁਛ ਕਰਨਾ ਪੈਂਦਾ, ਉਹਨਾਂ ਦੇ ਅੱਗੇ ਨੌਕਰ ਚਾਕਰ ਹੁੰਦੇ ਨੇ, ਵੱਡੇ ਰਾਜਿਆਂ ਦੀਆਂ ਫੌਜਾਂ ਹੁੰਦੀਆਂ ਨੇ, ਰਿਆਇਆ ਹੁੰਦੀ ਹੈ, ਕਿੰਨੇ ਕਿੰਨੇ ਖਿਤਾਬ ਉਹਨਾਂ ਨੂੰ ਜਿਹੜੇ ਨੇ ਉਹਨਾਂ ਦੇ ਦਰਬਾਰੀ ਦਿੰਦੇ ਨੇ, ਉਹਨਾਂ ਦੇ ਅੱਗੇ ਨਿਮ ਨਿਮ ਕੇ ਮੱਥੇ ਟੇਕਦੇ ਨੇ, ਉਹ ਜਿਹਨੂੰ ਮਰਜ਼ੀ ਮੌਤ ਦੀ ਸਜ਼ਾ ਦੇ ਦੇਣ, ਜਿਹਨੂੰ ਮਰਜ਼ੀ ਆਮ ਬੰਦੇ ਨੂੰ ਚੁੱਕ ਕੇ ਆਪਣਾ ਵਜ਼ੀਰ ਬਣਾ ਲੈਣ। ਸੋ ਗੁਰੂ ਸਾਹਿਬ ਨੇ ਉਹਨਾਂ ਨੂੰ ਹੀ ਸੰਬੋਧਨ ਕਰਦਿਆਂ ਇਹ ਕਿਹਾ ਕਿ ਭਾਈ ਤੁਸੀਂ ਜਿਹੜਾ ਬੇਸ਼ੱਕ ਜੀਤ ਫਿਰੈ ਸਭ ਦੇਸ਼ ਦੇਸਾਨ ਕੋ, ਬਾਜਤ ਢੋਲ ਮ੍ਰਿਦੰਗ ਨਗਾਰੇ। ਹੁਣ ਹੁੰਦਾ ਕੀ ਸੀ ਕਿ ਬਾਦਸ਼ਾਹ ਜਦੋਂ ਆਪਣੀ ਰਿਆਸਤ ਦੇ ਇਲਾਕੇ ਨੂੰ ਵਧਾਉਂਦੇ ਸੀ ਤੇ ਉਸ ਦੇ ਲਈ ਉਹ ਪੂਰਾ ਜਿਵੇਂ ਇਹਨਾਂ ਦਾ ਚੱਕਰਵਰਤੀ ਰਾਜਾ ਹੋਣ ਦੇ ਲਈ ਜਿਹੜਾ ਅਸ਼ਵਮੇਘ ਘੋੜਾ ਜਿਹੜਾ ਛੱਡਿਆ ਜਾਂਦਾ ਸੀ, ਜਿਹੜਾ ਕਿ ਜਿਹਨੂੰ ਜੇ ਕੋਈ ਰੋਕ ਲਏ ਤਾਂ ਉਹਦੇ ਨਾਲ ਉਹਨੂੰ ਲੜਨਾ ਪੈਂਦਾ ਸੀ, ਲੇਕਿਨ ਉਹਨਾਂ ਦੇ ਪਿੱਛੇ ਜਦੋਂ ਘੋੜਾ ਜਾ ਰਿਹਾ ਜਾਂ ਦੂਜਾ ਜਿਹਨਾਂ ਟੈਰੀਟਰੀ 'ਚੋਂ ਪਿੱਛੇ ਢੋਲ ਵਜਾਉਂਦੇ ਔਰ ਦੂਸਰੇ ਦੱਸਣ ਦੇ ਲਈ ਵੀ ਸਾਡਾ ਬਾਦਸ਼ਾਹ ਚੱਕਰਵਰਤੀ ਹੈ ਔਰ ਜੇ ਕੋਈ ਉਹਨੂੰ ਰੋਕ ਸਕਦਾ ਹੈ ਤਾਂ ਘੋੜੇ ਨੂੰ ਰੋਕ ਕੇ ਦਿਖਾਏ, ਫਿਰ ਜੰਗ ਕਰਨ ਲਈ ਤਿਆਰ ਰਹੇ। ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਉਹ ਢੋਲ ਤੇ ਮਿਰਦੰਗ ਵਜਾ ਕੇ ਨਗਾਰੇ ਔਰ ਦੂਜੇ ਵੀ ਜੀਤ ਫਿਰੈ ਸਭ ਦੇਸ਼ ਦੇਸਾਨ ਕੋ, ਭਾਵੇਂ ਤੁਸੀਂ ਜਿਹੜੇ ਮਰਜ਼ੀ ਦੇਸ਼ ਦੇਸ਼ਾਨ ਅੱਡ-ਅੱਡ ਦੇਸ਼ਾਂ ਨੂੰ ਜਿੱਤ ਲਓ, और गुंजत गूढ़ गजान के सुंदर हिंसत है राज हजारे, भी ऐसे बादशाह जिन्हां दे कोल इन्ने खूबसूरत हाथी होण, जिन्हां दियां गुंजारां पै रहियां होण, गुंजत गूढ़ गजान के सुंदर रोरिंग ब्यूटीफुल एलिफेंट, हिंसत है राज हजारे, और उन्हां दे जिहड़ा घोड़े स्पैशली ब्रीड चंगी ब्रीड दे घोड़े भी जिहड़े ने ਉਹ हिणकरे होण। ਹੁਣ ਘੋੜਿਆਂ ਦੇ ਹਿਣਕਾਂ ਨੂੰ ਨੀਂਦ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ, ਕਿ ਭਾਈ ਗੁੰਜਤ ਗੂੜ ਗਜਾਨ ਕੇ ਸੁੰਦਰ, ਕਿਉਂਕਿ ਹਾਥੀ ਦੀ ਗਰਜ ਹੁੰਦੀ ਹੈ ਜਦੋਂ ਹਾਥੀ ਆਵਾਜ਼ ਕੱਢਦਾ, ਤੇ ਘੋੜਿਆਂ ਦੀ ਹਿਣਕਣਾਟ ਹੁੰਦੀ ਹੈ, ਹਿਣਕਦੇ ਨੇ। ਔਰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਵਾਜਿਆਂ ਦੇ ਨਾਲ ਤੁਸੀਂ ਦੇਸ਼ ਜਿਹੜਾ ਹੈ ਉਹ ਨਗਾਰੇ ਵਾਜਿਆਂ ਦੇ ਨਾਲ ਜਿੱਤ ਰਹੇ ਹੋ, ਹਾਥੀ ਮਸਤ ਨੇ ਔਰ ਹਿਣਕਦੇ ਘੋੜੇ ਸਪੈਸ਼ਲੀ ਬਰੀਡ ਇਹ ਵੀ ਤੁਹਾਡੇ ਕੋਲ ਹੈ। ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ, ਕਿ ਵੀ ਇਹੋ ਜਿਹੇ ਬਾਦਸ਼ਾਹ ਜਿਨ੍ਹਾਂ ਦੇ ਕੋਲ ਘੋੜੇ ਹਾਥੀ ਜਿਨ੍ਹਾਂ ਨੇ ਇੰਨੇ ਜਿੱਤੇ ਸੀ, ਬੀਤੇ 'ਚ ਵੀ ਹੋਏ ਨੇ
ਭੂਤ ਮਾਜ਼ੀ ਨੂੰ ਕਹਿੰਦੇ ਨੇ, ਪਾਸਟ ਜੀ, ਭਵਿੱਖ ਫਿਊਚਰ ਨੂੰ ਕਹਿੰਦੇ ਨੇ, ਔਰ ਭਗਵਾਨ ਪ੍ਰੈਜ਼ੈਂਟਲੀ ਕਿ ਵੀ ਕਿੰਨੇ ਨੇ ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਕਿ ਵੀ ਤੁਸੀਂ ਉਹਨਾਂ ਦੀ ਜਿੰਨੀ ਮਰਜ਼ੀ ਗਿਣਤੀ ਕਰ ਲਓ, ਤੁਸੀਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦੇ। ਅਨਕਾਊਂਟੇਬਲ ਉਹਨਾਂ ਦੀ ਅਣਗਿਣਤ ਨੇ। ਸ਼੍ਰੀਪਦ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਕਿ ਅਲਟੀਮੇਟਲੀ ਜੇ ਉਹ ਬਾਦਸ਼ਾਹ ਰੱਬ ਦੇ ਨਾਲ ਨਹੀਂ ਸੀ ਜੁੜੇ ਹੋਏ, ਉਸ ਰੱਬ ਦੀ ਯਾਦ ਤੋਂ ਬਿਨਾਂ ਅਲਟੀਮੇਟਲੀ ਸਾਰੇ ਹੀ ਮਰ ਗਏ। ਅੰਤ ਕੋ ਇਨ ਦਾ ਐਂਡ ਅੰਤ ਕੇ ਧਾਮ ਸਿਧਾਰੇ, ਫਾਈਨਲ ਅਬਾਰਡ ਕਿ ਉਹਨਾਂ ਦੇ ਲਈ ਕੋਈ ਇਸ ਧਰਤੀ ਦੇ ਉੱਤੇ ਉਹ ਹਮੇਸ਼ਾ ਲਈ ਰਾਜ ਨਹੀਂ ਕਰ ਸਕਦੇ, ਇੱਕ ਦਿਨ ਉਹਨਾਂ ਨੂੰ ਜਾਣਾ ਪੈਣਾ। ਸੋ ਮੈਸੇਜ ਹੈ ਕਿ ਮੌਤ ਅਲਟੀਮੇਟ ਹੈ, ਤੇ ਫਿਰ ਕਿਉਂ ਨਾ ਉਹ ਰੱਬ ਜਿਹਨੇ ਤਮਾਸ਼ਾ ਵੀ ਰਚਿਆ ਤੇ ਜਿਹਨੇ ਅਲਟੀਮੇਟਲੀ ਜਿਹਦੇ ਕੋਲ ਤੁਸੀਂ ਜਾਣਾ ਉਹਨੂੰ ਆਪਣੀਆਂ ਯਾਦਾਂ 'ਚ ਲਿਆਓ। ਔਰ ਦੂਸਰਾ ਸਵਈਆ ਉਹਨਾਂ ਧਾਰਮਿਕ ਲੋਕਾਂ ਦੇ ਪ੍ਰਤੀ ਜਿਨ੍ਹਾਂ ਨੇ ਵੇਦ ਪੁਰਾਣ ਜਿਹੜਾ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਿਸਿੱਖ ਹੈ। वेद पुराण कतेब कुरान जमीन जबान सबान के पिख है। पौन आहार जति जत धार सबै सो विचार हजारक देख है। श्री भगवान भजे बिन भूपत एक रत्ती बिन एक ना लिखे। हुण पहला तो उन्होंने रॉयल्टी की गल की, बादशाहां हाथी घोड़ियां वालियां दा। हुण उन्होंने जिहड़े रब वल तुरे हुए लोग ने क्लेम करते हैं कि उन्होंने वेद पढ़े ने, उन्होंने कुरान मजीद पढ़िया है, वो बड़े मजहबी लोग ने, पर हकीकत दे विच उन्हां दे अंदर रब दी याद रब दी ट्रूथ नहीं है, बहुत कुछ दिखावा है। तो अल्टीमेटली उन्हां दा फेट भी यही होएगा जो उस किस्म के बादशाहां दा है जिहड़े फोकी शानो शौकत दे उत्ते ही समझदे सी कि जिंदगी दी हकीकत ये है। और इसलिए उन्होंने शुरू किया तीरथ नान, क्योंकि हिंदू मजहब दे विच पिलग्रिम्स गंगा जमुना सरस्वती गोदावरी सारा साल नहाउण ते लाए होंदे ने लोग। कोई इत्थे कुंभ नूं चले गए, उधर सूरज ग्रहण ते चले गए, नहांदे ही रहे सारी उम्र। जिसनूं भगत कबीर जी ने कहा कि जल के नहाते जे गत होवे मेंढक नित नित नहावे, कि जे नहाण नाल ही गति हुंदी फिर तां डड्डू सारे ही ब्रह्म ज्ञानी होने चाहिए सी। जंप करदे आ भी ब्रह्म ज्ञान ही छड्ड रहे रहिंदे ही नहाउंदे ही रहिंदे ने। सो गुरु साहब ने फरमाया तीरथ नान, क्योंकि ब्राह्मण दे रिचुअल ने कि जिथे तीर्थां दे नहाना बड़ा उत्तम है। दया दम दान, दया कंपैशन कि जी दान करो, दान इसलिए क्योंकि दया करो, दया कहते करो पंडित जी ते करो, दक्षिणा लैण नहीं बाहर बैठे। सो गुरु साहब ने कहा तीरथ नान दया दम दान सो संजम नेम अनेक बसिख है। डिसिपलिन ब्रह्मचारी रहो जी, औरत दे नेड़े नहीं जाना। ये जिहड़ा ये सारे पापां दी जननी है, ये माया है, ये माया जिहड़ी है वो तुहानूं इसलिए घर बाहर छड्ड दिओ। हुण सारा इन्हां दा संन्यास दा ब्रह्मचारी दा कानसैप्ट ही ये सी कि औरत नूं नेगेट कीता है, इसलिए फैमिली लाइफ तो दौड़े। पर सिੱਖੀ ने मैसेज ये दिता है हसंदियां खेलंदियां पैनंदियां खावंदियां विचे होवे मुक्त के हसदियां खेडदियां और जिंदगी दे सारे सुख माणदियां भी तुसी रब नूं मिल सकदे हो। और गुरु साहब ने याद करवाया तीरथ नान दया दम दान सो संजम नेम अनेक बिसिख है। वेद पुराण कतेब कुरान जमीन जमान सबान के पिख है, कि वेद भी पढ़ ले पुराण भी पढ़ ले, ये हिंदुआं दे लई है। कतेब कुरान ये सैमेटिक मजहबां लई है, चारों ही ज़ोरेब बाइबल और टोरा और कुरान मजीद, कि भी तुसी सिर्फ पढ़न दे नाल समझो कि तुसी रब दे नेड़े हो गए, इवें नहीं। वेद पुराण कतेब कुरान जमीन जबान सबान के पे वो भी ने जिहड़े कहंदे असीं ये सारे पढ़े हुए ने ते जमीन तो आसमान तक सानू सब ज्ञान है। जमीन जमान सबान के पिख है, कि सारियां दा सानू जिहड़ा असीं देख लिया सानू सब दा ज्ञान है। पौन आहार जति जत धार सबै सो विचार हजार क देखे। वो लोग जिहड़े कहंदे ने जी असीं तां खांदे ही कुछ नहीं, कणक दे विच भी आ नैगेटिव हुंदा है, दूजे च भी ये हुंदा है, पैरां थले कोई कीड़ा ना आ जाए, असीं तां पौन हारी हवा ही खांदे। पौन आहार जति जत धार वो भी ने जिहड़े कहंदे असीं जती हैं, असीं जिहड़ा गृहस्थ दे नेड़े नहीं ना। पौन आहार जति जत धार सबै सो विचार हजार क देखे। गुरु साहब फरमांदे ने कि ये सारे ही जिहड़ी क्लासिस ने जिहड़े अपने आप नूं हवा दे उत्ते खाण खुराक दसदे ने, कॉन्टीनेंस दी प्रैक्टिसिंग करदे ने। और गुरु साहब कहंदे ने कि मैं उन्हां हज़ारां नूं मिलिया
ਜਿਹੜੇ ਉਸ ਸਾਰੇ ਚੰਗੇ ਵਿਚਾਰਾਂ ਦੇ ਉੱਤੇ ਹੀ ਕਹਿੰਦੇ ਨੇ ਜੀ ਅਸੀਂ ਸਭੈ ਸੋ ਵਿਚਾਰ ਹਜ਼ਾਰ ਕ ਦੇਖੇ, ਕਿ ਅਸੀਂ ਚੰਗੇ ਵਿਚਾਰ ਹਜ਼ਾਰਾਂ ਦੇ ਲਏ ਨੇ। ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਦੇਖੇ। ਉਹ ਕਿੰਗ, ਉਹ ਬਾਦਸ਼ਾਹ, ਔਰ ਹੁਣ ਹਰ ਹਿਊਮਨ ਬੀਇੰਗ ਨੂੰ ਜਿਹਨੂੰ ਗੁਰੂ ਸਾਹਿਬ ਨੇ ਐਡਰੈਸ ਕੀਤਾ ਉਹਨੂੰ ਬਾਦਸ਼ਾਹ ਕਹਿ ਰਹੇ ਨੇ, ਕਿ ਉਹ ਬਾਦਸ਼ਾਹ ਕਦੋਂ ਉਹਨੂੰ ਰੱਬ ਨੇ ਬਣਾਇਆ ਸੀ, ਤੇਰੀ ਇੰਨੀ ਪਵਿੱਤਰ ਤੁਹਾਨੂੰ ਸਰੀਰ ਦਿੱਤਾ ਹੈ, ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਕਿ ਇਹ ਗੱਲ ਸਮਝ ਲਿਆ ਕਿ ਉਸ ਰੱਬ ਨੂੰ ਯਾਦ ਕੀਤੇ ਬਿਨਾ ਏਕ ਰਤੀ ਬਿਨ ਏਕ ਨਾ ਲਿਖਿਆ, ਕਿ ਆ ਜਿੰਨੇ ਕੰਮ ਨੇ ਇਹ ਕਿਸੇ ਇਹਦੀ ਕੋਈ ਕੌਡੀ ਵੀ ਕੀਮਤ ਨਹੀਂ ਹੈ, ਏਕ ਰਤੀ ਬਿਨ, ਕਿ ਜੇ ਤੂੰ ਉਹਦੇ ਨਾਲ ਰਤਿਆ ਨਹੀਂ ਹੈ, ਉਹਦੇ 'ਚ ਇਮਰਸ ਨਹੀਂ ਹੈ, ਉਹਦੇ 'ਚ ਤੂੰ ਡੁੱਬਿਆ ਹੋਇਆ ਨਹੀਂ ਹੈ, ਜਿਹਨੂੰ ਅਸੀਂ ਪਹਿਲੇ ਸੈਗਮੈਂਟ 'ਚ ਬਾਬਾ ਫਰੀਦ ਜੀ ਦੇ ਇਸ ਫਰਮਾਨ ਨਾਲ ਕਿਹਾ ਸੀ ਕਿ ਮੰਗਣਾ ਕੀ ਹੈ ਰੱਬ ਤੋਂ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।